जो तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान ना कीजै। इत मार्ग पैर तरीजै, सिर दीजै कान ना कीजै। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ, ਡੇਰਾ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼ ਸੰਤ ਬਾਬਾ ਬਚਨ ਸਿੰਘ ਜੀ, ਤਿੰਨਾਂ ਤੋਂ ਵਰਸਾਏ ਹੋਏ ਜੋ ਇਸ ਸਥਾਨ ਦੀ ਸੇਵਾ ਨਿਭਾ ਰਹੇ ਨੇ, ਬਾਬਾ ਚੰਦਨ ਸਿੰਘ ਜੀ, ਸਤਿਕਾਰਯੋਗ ਬਾਬਾ ਗੁਰਜਨ ਸਿੰਘ ਜੀ, ਜਿਨ੍ਹਾਂ ਦੇ ਉਪਰਾਲੇ ਦਾ ਸਦਕਾ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਆਪ ਸਮੂਹ ਸੰਗਤਾਂ ਆਨਲਾਈਨ ਆਪਣੇ ਘਰ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ, ਜਿਸ ਵਿੱਚ ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਕਿ ਆਪ ਜੀ ਦੇ ਸਮਕਸ਼ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਦੇ ਵਿੱਚੋਂ ਕੁਝ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰ ਸਕਾਂ। ਆਓ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਸਾਹਿਬਾਂ ਦੇ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਿੱਖ ਧਰਮ ਦੇ ਉੱਤੇ ਬਹੁਤ ਔਕੜਾ ਭਰਿਆ ਸਮਾਂ ਵੀ ਆਇਆ ਹੈ। ਸਿੱਖਾਂ ਨੂੰ ਆਪਣੇ ਘਰਾਂ ਨੂੰ ਤਿਆਗ ਕੇ ਜੰਗਲਾਂ ਵਿੱਚ ਰਹਿਣਾ ਪਿਆ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਬਹੁਤ ਸਾਰਾ ਤਸੱਦਦ ਕੀਤਾ, ਜ਼ੁਲਮ ਢਾਏ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਇਸ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਉਹ ਸਮਾਂ ਆਇਆ ਜਦੋਂ ਕਿ ਸਿੱਖਾਂ ਨੂੰ ਜੰਗਲਾਂ ਵਿੱਚ ਰਹਿਣਾ ਪਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਉਸ ਸਮੇਂ ਦੇ ਵਿੱਚ ਜਦੋਂ ਲਾਹੌਰ ਦਾ ਉੱਥੋਂ ਦਾ ਜਿਹੜਾ ਲਾਹੌਰ ਦਾ ਜ਼ਕਰੀਆ ਖਾਨ ਸੀ, ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਤੇ ਬਹੁਤ ਸਾਰਾ ਤਸੱਦਦ ਕੀਤਾ ਜਾਂਦਾ ਸੀ। ਹੁਣ ਉਸ ਸਮਿਆਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਦਾ ਰਹਿਣ ਵਾਲਾ, ਜਿਨ੍ਹਾਂ ਦਾ ਜਨਮ ਸਨ 1720 ਦੇ ਵਿੱਚ ਪੂਲੇ ਪਿੰਡ ਵਿਖੇ ਭਾਈ ਜੋਧ ਸਿੰਘ ਤਿੰਨਾਂ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਦੀ ਕੁੱਖ ਤੋਂ ਉਹਨਾਂ ਦਾ ਜਨਮ ਹੋਇਆ। ਘਰ ਦੇ ਵਿੱਚ ਗਰੀਬੀ ਸੀ, ਕਿਸਾਨੀ ਕਰਕੇ ਪਰਿਵਾਰ ਨੂੰ ਪਾਲਣਾ ਤੇ ਆਪਣੇ ਕੀਤੇ ਹੋਏ 10 ਨੌਹਾਂ ਦੀ ਕਿਰਤ ਦੇ ਵਿੱਚੋਂ ਸਿੱਖਾਂ ਦੀ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਮਦਦ ਕਰਦੇ ਸਨ। ਭਾਈ ਤਾਰੂ ਸਿੰਘ ਜੀ ਲਗਭਗ 25 ਸਾਲਾਂ ਦਾ ਨੌਜਵਾਨ ਹੋਇਆ। ਹੁਣ ਸਿੱਖਾਂ ਦੇ ਉੱਤੇ ਬੜਾ ਭਾਰੀ ਸਮਾਂ ਚੱਲ ਰਿਹਾ ਸੀ ਤੇ ਭਾਈ ਤਾਰੂ ਸਿੰਘ ਜੀ ਉਹ ਆਪਣੇ ਖੇਤੀ ਕਰਦੇ ਸਨ, ਕਿਰਸਾਨੀ ਕਰਦੇ ਸਨ। ਕਿਰਸਾਨੀ ਕਰਕੇ ਆਪਣੇ ਪੇਟ ਨੂੰ ਜਿੱਥੇ ਪਾਲਦੇ ਸਨ, ਉੱਥੇ ਨਾਲ ਦੀ ਨਾਲ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਇਆ ਕਰਦੇ ਸਨ। ਜੰਗਲਾਂ ਵਿੱਚ ਜਾ ਕੇ ਜਿਹੜੇ ਸਾਡੇ ਸਰਕਾਰ ਤੋਂ ਬਾਗੀ ਹੋ ਕੇ ਸਿੱਖ ਜਿਹੜੇ ਸਨ, ਆਪਣੇ ਧਰਮ ਦੀ ਲੜਾਈ ਲੜਦੇ ਹੋਏ ਰਾਤ ਘੋੜਿਆਂ ਦੀ ਕਾਠੀਆਂ ਤੇ ਕੱਟਣ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਪਣਾ ਧਰਮ ਨਿਭਾਉਂਦੇ ਸਨ। ਹੋਇਆ ਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਕਾਰਨ ਕੀ ਬਣਿਆ? ਕਿਉਂਕਿ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਉਹਨੇ ਆਪਣੇ ਵੱਲੋਂ ਸਾਰੀ ਕੌਮ ਨੂੰ ਖਤਮ ਕਰ ਦਿੱਤਾ ਸੀ। ਪਰ ਇੱਕ ਦਿਨ ਕੀ ਹੋਇਆ, ਪੱਟੀ ਦੇ ਇਲਾਕੇ ਦੇ ਵਿੱਚ, ਹਾਲਾਂਕਿ ਪੱਟੀ ਦਾ ਹਾਕਮ ਹੈ ਜਾਫਰ ਬੇਗ, ਹੁਣ ਜਿਹੜੇ ਉਸ ਸਮੇਂ ਦੇ ਮੁਸਲਮਾਨ ਹਾਕਮ ਸਨ,
ਇਹ ਕਰਦੇ ਕੀ ਸਨ? ਇਹ ਜਿਸ ਵੀ ਗਰੀਬ ਦੀ ਬੱਚੀ ਨੂੰ ਇਹਨਾਂ ਨੇ ਵੇਖ ਲਿਆ ਕਿ ਸਾਡੇ ਪਸੰਦ ਆ ਗਈ, ਨੂੰ ਆਪਣੇ ਮਹਿਲਾਂ ਵਿੱਚ ਜਾ ਕੇ ਆਪਣੀ ਬੇਗਮ ਬਣਾਉਣਾ ਸੀ, ਜਬਰੀਆ ਚੁੱਕ ਕੇ ਲੈ ਜਾਂਦੇ ਸਨ। ਹੁਣ ਇਹ ਪੱਟੀ ਦਾ ਹਾਕਮ ਜਾਫਰ ਬੇਗ, ਇਹਨੂੰ ਪਤਾ ਲੱਗਾ ਕਿ ਇਸ ਇਲਾਕੇ ਦੇ ਵਿੱਚ ਇੱਕ ਗਰੀਬ ਰਹੀਮ ਬਖਸ਼, ਜਿਹੜਾ ਕਿ ਮਸ਼ਕ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਪਹੁੰਚਾਉਣ ਦਾ ਕੰਮ ਕਰਦਾ ਸੀ, ਉਹਦੀ ਧੀ ਤੇ ਦੀ ਨਜ਼ਰ ਪਈ। ਇਹਨੇ ਆਪਣੇ ਅਹਿਲਕਾਰ ਭੇਜ ਕੇ ਇਹਦੀ ਧੀ ਨੂੰ ਚੁੱਕ ਕੇ ਲੈ ਗਿਆ ਤੇ ਜਾ ਕੇ ਆਪਣੇ ਮਹਿਲਾਂ ਦੇ ਵਿੱਚ ਇਹਨੇ ਉਸ ਨੂੰ ਰੱਖਿਆ। ਹੁਣ ਇਹ ਗਰੀਬ ਸੀ, ਇਹਨੇ ਜਾ ਕੇ ਤਰਲੇ ਕੀਤੇ, ਜਾ ਕੇ ਜਾਫਰ ਬੇਗ ਕੋਲ ਵੀ ਗਿਆ, ਕਹਿਣ ਲੱਗਾ ਮੈਂ ਗਰੀਬ ਹਾਂ, ਮੇਰੀ ਧੀ ਨੂੰ ਇਸ ਤਰ੍ਹਾਂ ਤੁਸੀਂ ਚੁੱਕ ਕੇ ਲੈ ਆਏ ਹੋ, ਮੈਂ ਹੱਥ ਜੋੜਦਾ ਤਰਲੇ ਕਰਦਾ ਕਿ ਮੇਰੀ ਧੀ ਨੂੰ ਵਾਪਸ ਕਰ ਦਿਓ। ਜਾਫਰ ਬੇਗ ਨੇ ਇਸ ਰਹੀਮ ਬਖਸ਼ ਨੂੰ ਆਪਣੇ ਘਰੋਂ, ਆਪਣੇ ਮਹਿਲਾਂ ਦੇ ਵਿੱਚੋਂ ਧੱਕੇ ਮਰਵਾ ਕੇ ਬਾਹਰ ਕੱਢ ਦਿੱਤਾ ਤੇ ਉਹਦੀ ਬੇਟੀ ਨੂੰ ਵਾਪਸ ਨਾ ਕੀਤਾ। ਹੁਣ ਇਹ ਦਿਲੋਂ ਟੁੱਟਿਆ ਹੋਇਆ, ਬਹੁਤ ਮਜਬੂਰ ਹੋਇਆ, ਇਹ ਕਈ ਥਾਂ ਤੇ ਗਿਆ। ਉਦੋਂ ਬਾਅਦ ਦੇ ਵਿੱਚ ਇਹ ਇਤਿਹਾਸ ਕਹਿੰਦਾ ਕਿ ਲਾਹੌਰ ਜਾ ਕੇ ਇਹਨੇ ਜ਼ਕਰੀਆ ਖਾਨ ਦੇ ਕੋਲ ਵੀ ਜਾ ਕੇ ਤਰਲੇ ਕੀਤੇ ਕਿ ਪੱਟੀ ਦਾ ਹਾਕਮ ਜਾਫਰ ਬੇਗ ਮੇਰੀ ਬੇਟੀ ਨੂੰ ਜਬਰੀਆ ਚੁੱਕ ਕੇ ਲੈ ਆਇਆ ਹੈ ਤੇ ਤੁਹਾਡੇ ਦਰ ਤੇ ਮੈਂ ਇਹ ਪੁਕਾਰ ਕਰਨ ਵਾਸਤੇ ਆਇਆ ਕਿ ਮੇਰੀ ਬੇਟੀ ਨੂੰ ਵਾਪਸ ਕਰਵਾ ਦਿੱਤਾ ਜਾਵੇ। ਹੁਣ ਕਿਸੇ ਵੀ ਹਾਕਮ ਨੇ ਨਾ ਸੁਣੀ, ਜ਼ਕਰੀਆ ਖਾਨ ਨੇ ਵੀ ਇਹਦੀ ਗੱਲ ਤੇ ਅਸਰ ਨਾ ਕੀਤਾ, ਕਿਉਂਕਿ ਉਹ ਸਮਝਦੇ ਸਨ ਆਪਣਾ ਧਰਮ, ਆਪਣੀ ਆਜ਼ਾਦੀ ਸਮਝਦੇ ਸਨ ਕਿ ਸਾਨੂੰ ਕਿਸੇ ਦੀ ਧੀ ਬੇਟੀ ਪਸੰਦ ਆ ਜਾਏ ਅਸੀਂ ਚੁੱਕ ਕੇ ਲੈ ਜਾ ਸਕਦੇ ਹਾਂ ਤੇ ਸਾਡਾ ਹੱਕ ਹੈ। ਉਹ ਹੱਕ ਮੰਨ ਕੇ ਬੈਠੇ ਸਨ। ਇਹ ਨਿਰਾਸ਼ ਹੋ ਕੇ ਜਦੋਂ ਲਾਹੌਰ ਤੋਂ ਵਾਪਸ ਆ ਰਿਹਾ, ਹੁਣ ਇਹ ਪੱਟੀ ਨੂੰ ਆ ਰਿਹਾ ਸੀ, ਰਸਤੇ ਵਿੱਚ ਪਿੰਡ ਪੈਂਦਾ ਹੈ ਪੂਲਾ ਪਿੰਡ, ਇੱਥੇ ਆ ਕੇ ਇਹਨੂੰ ਰਾਤ ਪੈ ਗਈ। ਜਦੋਂ ਰਾਤ ਹਨੇਰਾ ਹੋ ਗਿਆ, ਇਹਨੇ ਸੋਚਿਆ ਰਾਤ ਦਾ ਸਮਾਂ ਮੈਂ ਕਿਤੇ ਆਪਣੀ ਰਾਤ ਕੱਟ ਕੇ ਸਵੇਰੇ ਫਿਰ ਆਪਣੇ ਪਿੰਡ ਵੱਲ ਵੱਧ ਜਾਵਾਂਗਾ। ਪਿੰਡ ਦੇ ਲੋਕਾਂ ਨੂੰ ਪੁੱਛਦਾ ਹੈ ਇੱਥੇ ਕੋਈ ਹੈ ਜਿਹੜਾ ਆਪਣੇ ਘਰ ਦੇ ਵਿੱਚ ਮੈਨੂੰ ਟਿਕਾਣਾ ਕਰਵਾਏਗਾ, ਆਪਣੇ ਘਰ ਦੇ ਅੰਦਰ ਮੈਨੂੰ ਟਿਕਾ ਸਕੇ, ਮੈਂ ਇੱਕ ਰਾਤ ਕੱਟਣੀ ਹੈ। ਤੇ ਭਾਈ ਤਾਰੂ ਸਿੰਘ ਜੀ, ਜਿਹੜੇ ਕਿ ਉਸ ਸਮੇਂ ਦੇ ਵਿੱਚ ਲੋਕ ਉਹਨਾਂ ਨੂੰ ਬੜੀ ਭਲੀ ਭਾਂਤ ਜਾਣਦੇ ਸਨ ਕਿ ਇਹ ਗਰੀਬਾਂ ਦੀ ਮਦਦ ਕਰਦੇ ਨੇ, ਰਾਹਗੀਰਾਂ ਦੀ ਮਦਦ ਕਰਦੇ ਨੇ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਕਿਸੇ ਨੇ ਕਿਹਾ ਹਾਂ, ਇਸ ਪੂਲੇ ਪਿੰਡ ਦੇ ਵਿੱਚ ਨੌਜਵਾਨ ਭਾਈ ਤਾਰੂ ਸਿੰਘ ਹੈ, ਉਹ ਤੁਹਾਨੂੰ ਆਪਣੇ ਘਰ ਟਿਕਾ ਲਏਗਾ। ਉਹਨਾਂ ਤੋਂ ਰਸਤਾ ਪੁੱਛ ਕੇ ਭਾਈ ਤਾਰੂ ਸਿੰਘ ਦੇ ਘਰ ਇਹ ਰਹੀਮ ਬਖਸ਼ ਪਹੁੰਚ ਜਾਂਦਾ ਹੈ। ਜਾ ਕੇ ਇਹਨੇ ਭਾਈ ਤਾਰੂ ਸਿੰਘ ਜੀ ਨੂੰ ਮਿਲਿਆ। ਮਿਲਦਿਆਂ ਸਾਰ ਭਾਈ ਤਾਰੂ ਸਿੰਘ ਜੀ ਨੇ ਸਿੱਖ ਹੋਣ ਦਾ ਫਰਜ਼ ਨਿਭਾਇਆ। ਪਹਿਲੋਂ ਜਲ ਪਾਣੀ ਪੁੱਛਿਆ, ਪ੍ਰਸ਼ਾਦਾ ਛਕਾਇਆ। ਉਹਨੇ ਕਿਹਾ ਮੈਂ ਰਾਤ ਕੱਟਣੀ ਹੈ। ਭਾਈ ਤਾਰੂ ਸਿੰਘ ਜੀ ਨੇ ਕਿਹਾ ਜੀ ਆਇਆਂ, ਗੁਰੂ ਦੇ ਸਿੱਖ ਦੇ ਘਰ ਵਿੱਚ ਆਏ ਹੋ, ਬੜੇ ਆਰਾਮ ਦੇ ਨਾਲ ਤੁਸੀਂ ਬੇਫਿਕਰ ਹੋ ਕੇ ਰਾਤ ਕੱਟੋ, ਕੋਈ ਗੱਲ ਨਹੀਂ। ਸਿੱਖ ਦਾ ਫਰਜ਼ ਹੈ ਰਾਹਗੀਰਾਂ ਦੀ ਮਦਦ ਕਰਨੀ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਜਦੋਂ ਪ੍ਰਸ਼ਾਦਾ ਛਕਾਇਆ, ਰਾਤ ਨੂੰ ਵਿਸ਼ਰਾਮ ਕਰਦਿਆਂ ਗੱਲਬਾਤ ਹੋਈ। ਭਾਈ ਤਾਰੂ ਸਿੰਘ ਜੀ ਨੇ ਪੁੱਛਿਆ ਰਹੀਮ ਬਖਸ਼, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਕਿੱਥੋਂ ਆ ਰਹੇ ਹੋ? ਤੇ ਰਹੀਮ ਬਖਸ਼ ਦੀਆਂ ਅੱਖਾਂ ਦਾ ਪਾਣੀ ਨਾ ਰੁਕਿਆ। ਇਹਨੇ ਰੋ ਰੋ ਕੇ ਆਪਣੀ ਘਟਨਾ ਨੂੰ ਬਿਆਨ ਕਰਨਾ ਸ਼ੁਰੂ ਕੀਤਾ। ਕਹਿਣ ਲੱਗਾ ਪੱਟੀ ਦਾ ਹਾਕਮ ਜਾਫਰ ਬੇਗ ਮੇਰੀ 16 ਸਾਲ ਦੀ ਨੌਜਵਾਨ ਬੇਟੀ ਸਲਮਾ ਨੂੰ ਜਬਰੀਆ ਚੁੱਕ ਕੇ ਲੈ ਗਿਆ। ਮੈਂ ਉਹਦੇ ਦਰਬਾਰ ਦੇ ਵਿੱਚ ਜਾ ਕੇ ਪੁਕਾਰ ਕੀਤੀ, ਉਹਨੇ ਮੈਨੂੰ ਬੇਇੱਜ਼ਤ ਕਰਕੇ ਧੱਕੇ ਮਾਰ ਕੇ ਕੱਢ ਦਿੱਤਾ। ਕਹਿੰਦਾ ਮੈਂ ਫਿਰ ਪਹੁੰਚਿਆ ਲਾਹੌਰ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ। ਲਾਹੌਰ ਜਾ ਕੇ ਜ਼ਕਰੀਆ ਖਾਨ ਦੇ ਕੋਲ ਵੀ ਮੈਂ ਰੋ ਰੋ ਕੇ ਆਪਣੀ ਕਹਾਣੀ ਨੂੰ ਬਿਆਨ ਕੀਤਾ, ਪਰ ਉਸ ਹਾਕਮ ਨੇ ਵੀ ਮੇਰੀ ਗੱਲ ਨਹੀਂ ਸੁਣੀ, ਮੇਰੀ ਕਿਸੇ ਵੀ ਦਰ ਤੇ ਪੁਕਾਰ ਨਹੀਂ ਸੁਣੀ ਗਈ। ਮੇਰੀ ਬੇਟੀ ਨੂੰ ਜਾਫਰ ਬੇਗ ਨੇ ਜ਼ਬਰਦਸਤ ਆਪਣੇ ਮਹਿਲਾਂ ਵਿੱਚ ਰੱਖਿਆ ਹੋਇਆ। ਗੁਰੂ ਦੇ ਸਿੱਖ ਨੇ ਕਿਹਾ ਤੂੰ ਗੁਰੂ ਦੇ ਸਿੱਖ ਦੇ ਘਰ ਵਿੱਚ ਆਇਆ ਹੈ, ਤੇਰੀ ਪੁਕਾਰ ਅੱਜ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਈ ਹੈ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਵਾਅਦਾ ਕਰਦਾ ਤੇਰੀ ਬੇਟੀ ਵਾਪਸ ਆਏਗੀ। ਤੇ ਇਤਿਹਾਸ ਕਹਿੰਦਾ ਜਾਫਰ ਬੇਗ, ਵਾਹਿਗੁਰੂ ਦੀ ਇਤਿਹਾਸ ਕਹਿੰਦਾ ਕਿ ਭਾਈ ਤਾਰੂ ਸਿੰਘ ਜੀ ਇਸ ਰਹੀਮ ਬਖਸ਼ ਨੂੰ ਨਾਲ ਲੈ ਕੇ ਆਪਣੇ ਖੇਤਾਂ ਦੇ ਵਿੱਚ ਗਏ ਨੇ, ਜਿੱਥੇ ਇਹਨਾਂ ਨੂੰ ਪਤਾ ਸੀ ਸਿੰਘ ਠਹਿਰਦੇ ਨੇ, ਕਿਉਂਕਿ ਭਾਈ ਤਾਰੂ ਸਿੰਘ ਜੀ ਦੇ ਘਰੋਂ ਯਾਦ ਰਹੇ ਨਿਤ ਪ੍ਰਸ਼ਾਦਾ ਪੱਕ ਕੇ ਤੇ ਸਿੱਖਾਂ ਦੇ ਵਾਸਤੇ ਜਾਂਦਾ ਸੀ।
ਇਤਿਹਾਸ ਕਹਿੰਦਾ ਭਾਈ ਤਾਰੂ ਸਿੰਘ ਆਪ ਪਾਟੇ ਕੱਪੜੇ ਪਾ ਕੇ ਗੁਜ਼ਾਰੇ ਕਰਦੇ ਸਨ, ਪਰ ਜੰਗਲ ਵਿੱਚ ਰਹਿ ਰਹੇ ਸਿੰਘਾਂ ਵਾਸਤੇ ਸੋਹਣੇ ਕੱਪੜੇ ਬਣਾ ਕੇ, ਨਵੇਂ ਕੱਪੜੇ ਬਣਾ ਕੇ ਦੇ ਕੇ ਆਉਣੇ, ਪ੍ਰਸ਼ਾਦਾ ਦੇ ਕੇ ਆਉਣਾ, ਦਾਲ ਬਣਾ ਕੇ ਦੇ ਕੇ ਆਉਣੀ, ਭੈਣ ਭਰਾਵਾਂ ਨੇ ਸੇਵਾ ਕਰਨੀ ਜਾ ਕੇ। ਤੇ ਅੱਜ ਭਾਈ ਤਾਰੂ ਸਿੰਘ ਜੀ ਇਸ ਗਰੀਬ ਨੂੰ ਨਾਲ ਲੈ ਕੇ ਜੰਗਲ ਵਿੱਚ ਗਏ ਨੇ, ਉੱਥੇ ਜਾ ਕੇ ਸਿੱਖਾਂ ਦੇ ਮਿਲੇ ਨੇ, ਸਿੱਖਾਂ ਨੂੰ ਮਿਲ ਕੇ ਇਹਨਾਂ ਸਾਰੀ ਦਾਸਤਾਨ ਸੁਣਾਈ ਹੈ। ਕਹਿਣ ਲੱਗੇ ਇਸ ਗਰੀਬ ਦੀ ਧੀ ਨੂੰ ਜਾਫਰ ਬੇਗ ਜ਼ਬਰਦਸਤੀ ਚੁੱਕ ਕੇ ਲੈ ਗਿਆ, ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਹਾੜੇ ਕਰਨ ਦੇ ਬਾਅਦ ਵੀ ਇਹਦੀ ਧੀ ਨੂੰ ਵਾਪਸ ਨਹੀਂ ਕੀਤਾ ਗਿਆ। ਸਿੱਖਾਂ ਨੇ ਕਿਹਾ ਇਹ ਕੰਮ ਅਸੀਂ ਕਰਾਂਗੇ, ਅਸੀਂ ਆਪਣੇ ਫਰਜ਼ ਨੂੰ ਨਿਭਾਵਾਂਗੇ, ਕਿਉਂਕਿ ਸਿੱਖ ਹਮੇਸ਼ਾ ਕਿਸੇ ਦੀ ਜਾਤ ਨੂੰ ਨਹੀਂ ਵੇਖਦਾ, ਕਿਸੇ ਦੇ ਧਰਮ ਨੂੰ ਨਹੀਂ ਵੇਖਦਾ। ਸਿੱਖ ਦੀ ਨਜ਼ਰ ਦੇ ਵਿੱਚ ਬੇਟੀ ਕੇਵਲ ਬੇਟੀ ਹੈ, ਭੈਣ ਭੈਣ ਹੈ ਤੇ ਧੀ ਧੀ ਹੈ। ਉਹਨਾਂ ਕਿਹਾ ਤੁਹਾਡੀ ਧੀ ਕੀ, ਸਾਡੀ ਧੀ ਕੀ, ਅਸੀਂ ਫਰਜ਼ ਨਿਭਾਵਾਂਗੇ, ਤੇਰੀ ਬੇਟੀ ਨੂੰ ਵਾਪਸ ਲੈ ਕੇ ਆਵਾਂਗੇ। ਖਾਲਸੇ ਗਏ, ਜਾ ਕੇ ਇਸ ਪੱਟੀ ਦੇ ਹਾਕਮ ਨੂੰ ਜਾਫਰ ਬੇਗ ਨੂੰ ਸੋਧਿਆ, ਉਹਨੂੰ ਉਹਦਾ ਭਾਰ ਉਤਾਰਾ ਕਰਕੇ, ਉਹਨੂੰ ਕਤਲ ਕਰਕੇ, ਉਹਨੂੰ ਕੱਟ ਕੇ, ਉਹਨੂੰ ਮਾਰ ਕੇ ਤੇ ਇਸ ਗਰੀਬ ਦੀ ਧੀ ਨੂੰ ਵਾਪਸ ਲੈ ਕੇ ਆਏ। ਵਾਪਸ ਲਿਆ ਕੇ ਬਾਏ ਇੱਜ਼ਤ ਉਹਨਾਂ ਨੂੰ ਲੁਟਾਈ। ਤੇ ਕੁਝ ਤੇ ਇਤਿਹਾਸਕਾਰ ਇਹ ਵੀ ਕਹਿੰਦੇ ਕਿ ਭਾਈ ਤਾਰੂ ਸਿੰਘ ਜੀ ਨੇ ਇਹਨੂੰ ਆਪਣੇ ਹੱਥੀਂ ਇਹਨੂੰ ਫਿਰ ਇਹਦਾ ਵਿਆਹ ਵੀ ਕੀਤਾ ਸੀ। ਖੈਰ ਇਸ ਗੱਲ ਦਾ ਪਤਾ ਲੱਗਦਾ ਹੈ ਹਰ ਭਗਤ ਨਿਰੰਜਨੀ ਜੰਡਿਆਲੇ ਦਾ ਰਹਿਣ ਵਾਲਾ ਜਿਹੜਾ ਸੀ, ਇਹ ਜ਼ਕਰੀਆ ਖਾਨ ਦੇ ਖਾਸ ਟੌਟਾਂ ਦੇ ਵਿੱਚੋਂ ਇੱਕ ਟੌਟ ਸੀ, ਜਿਹੜਾ ਕਿ ਆਪਣੇ ਇਲਾਕੇ ਦੇ ਵਿੱਚੋਂ ਸੂਹਾ ਭੇਜਦਾ ਸੀ। ਇਹ ਆਪਣੇ ਇਲਾਕੇ ਦੇ ਵਿੱਚੋਂ ਛੋਟੀ ਛੋਟੀ ਗੱਲ ਨੂੰ ਜ਼ਕਰੀਆ ਖਾਨ ਤੱਕ ਪਹੁੰਚਦਾ ਸੀ ਕਿ ਸਾਡੇ ਇਲਾਕੇ ਵਿੱਚ ਕੀ ਚੱਲ ਰਿਹਾ ਹੈ। ਹੁਣ ਇੱਕ ਦਿਨ ਹਰ ਭਗਤ ਨਿਰੰਜਨੀਆ ਜੰਡਿਆਲੇ ਵਾਲਾ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਬੈਠਾ, ਉੱਥੇ ਗੱਲਬਾਤ ਚੱਲਦੀ ਹੈ। ਗੱਲਬਾਤ ਕੀ ਚੱਲਦੀ ਹੈ? ਉਹ ਕਹਿੰਦਾ ਮੈਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ, ਸਿੱਖ ਕੌਮ ਨੂੰ ਮੈਂ ਖਤਮ ਕਰ ਦਿੱਤਾ, ਬਹੁਤ ਸਾਰੇ ਵਿਰਲੇ ਸਿੱਖ ਕੋਈ ਰਹਿ ਗਏ ਨੇ। ਤੇ ਹਰ ਭਗਤ ਨਿਰੰਜਨੀ ਜੰਡਿਆਲੇ ਵਾਲਾ ਕਹਿੰਦਾ ਨਹੀਂ, ਅਜੇ ਤੁਸੀਂ ਸਾਰੇ ਸਿੱਖਾਂ ਨੂੰ ਖਤਮ ਨਹੀਂ ਕੀਤਾ। ਕਹਿੰਦੇ ਕਿਉਂ? ਕਹਿੰਦਾ ਜੇ ਬਹੁਤ ਸਾਰੇ ਸਿੱਖ ਨੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ। ਜਦੋਂ ਇਹ ਗੱਲ ਕਹੀ ਤੇ ਜ਼ਕਰੀਆ ਖਾਨ ਕਹਿੰਦਾ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਖਾਣ ਵਾਸਤੇ ਭੋਜਨ ਨਹੀਂ, ਪਹਿਨਣ ਵਾਸਤੇ ਕੱਪੜਾ ਨਹੀਂ, ਕਿੰਨੇ ਕੁ ਦਿਨ ਜੀਣਗੇ? ਆਖਿਰਕਾਰ ਉਹਨਾਂ ਨੇ ਇੱਕ ਦਿਨ ਮਰ ਜਾਣਾ। ਹਰ ਭਗਤ ਨਿਰੰਜਨੀਆ ਕਹਿੰਦਾ ਨਹੀਂ, ਉਹ ਉਨੀ ਦੇਰ ਤੱਕ ਨਹੀਂ ਮਰਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਭੋਜਨ ਮਿਲਦਾ ਰਹੇਗਾ, ਜਿੰਨੀ ਦੇਰ ਤੱਕ ਉਹਨਾਂ ਨੂੰ ਵਸਤਰ ਮਿਲਦੇ ਰਹਿਣਗੇ। ਜਦੋਂ ਇਹ ਗੱਲ ਕਹੀ ਤੇ ਜ਼ਕਰੀਆ ਖਾਨ ਕਹਿੰਦਾ ਕੌਣ ਹੈ ਜਿਹੜਾ ਇਹ ਜੰਗਲਾਂ ਦੇ ਵਿੱਚ ਰਹਿ ਰਹੇ ਸਿੱਖਾਂ ਦੀ ਮਦਦ ਕਰਦਾ ਹੈ? ਕੌਣ ਹੈ ਜਿਨ੍ਹਾਂ ਨੇ ਸਾਡੇ ਤੋਂ ਖੌਫ ਨਹੀਂ ਖਾਦਾ, ਜਿਹੜੇ ਸਾਡੇ ਤੋਂ ਡਰਦੇ ਨਹੀਂ, ਅਜੇ ਵੀ ਸਿੱਖਾਂ ਦੀ ਮਦਦ ਕਰਨ ਵਾਲੇ ਹੈ? ਤੇ ਇਹ ਕਹਿੰਦਾ ਜੀ ਅਜੇ ਬਹੁਤ ਸਾਰੇ ਸਿੱਖ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਭੁੱਖਾ ਰਹਿ ਕੇ ਸੌਣਾ ਪਸੰਦ ਕਰਦੇ ਨੇ, ਪਰ ਜੰਗਲਾਂ ਵਿੱਚ ਬੈਠੇ ਹੋਏ ਇਹਨਾਂ ਸਿੱਖਾਂ ਦੀ ਮਦਦ ਕਰਦੇ ਨੇ, ਉਹਨਾਂ ਨੂੰ ਨਿਤ ਭੋਜਨ ਵੀ ਪਹੁੰਚਾਉਂਦੇ ਨੇ, ਉਹਨਾਂ ਨੂੰ ਲੋੜੀਂਦੇ ਵਸਤਰ ਵੀ ਪਹੁੰਚਾਉਂਦੇ ਨੇ। ਕਹਿੰਦੇ ਕੌਣ ਹੈ? ਕਹਿੰਦੇ ਉਹੀ ਹੈ ਭਾਈ ਤਾਰੂ ਸਿੰਘ ਪੂਲੇ ਦਾ ਰਹਿਣ ਵਾਲਾ। ਪਿਓ ਉਹਦਾ ਸਿਰ ਤੇ ਨਹੀਂ, ਪਿਓ ਮਰ ਗਿਆ, ਉਹ ਆ ਗਰੀਬੀ ਦੇ ਵਿੱਚ ਦਿਨ ਕੱਟਦਾ ਹੈ, ਕਿਸਾਨੀ ਕਰਦਾ ਹੈ, ਪਰ ਸਿੱਖਾਂ ਵਾਸਤੇ ਭੋਜਨ ਨਿਤ ਪਕਾ ਕੇ ਲੈ ਕੇ ਜਾਂਦਾ। ਕਹਿੰਦਾ ਇਹੀ ਭਾਈ ਤਾਰੂ ਸਿੰਘ ਹੈ ਜਿਨਨੇ ਹਰ ਭਗਤ ਨਿਰੰਜਨੀਆ ਕਹਿੰਦਾ ਕਿ ਜਿਨਨੇ ਜਾਫਰ ਬੇਗ ਨੂੰ ਮਰਵਾਇਆ ਹੈ ਸਿੱਖਾਂ ਕੋਲ, ਇਹਨੇ ਹੀ ਜਾ ਕੇ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਹੈ, ਰਹੀਮ ਬਖਸ਼ ਦੀ ਬੇਟੀ ਵਾਲੀ, ਤੇ ਸਿੱਖਾਂ ਨੇ ਜਾ ਕੇ ਉਹਨੂੰ ਮਾਰ ਦਿੱਤਾ। ਇਹਦੇ ਵਿੱਚ ਵੀ ਪੂਰਾ ਪੂਰਾ ਹੱਥ ਭਾਈ ਤਾਰੂ ਸਿੰਘ ਦਿੰਦਾ ਹੈ। ਤੇ ਜ਼ਕਰੀਆ ਖਾਨ ਨੇ ਕਿਹਾ ਹੈ ਮੇਰੇ ਰਾਜ ਦੇ ਵਿੱਚ ਮੇਰੇ ਖਿਲਾਫ ਅਜੇ ਵੀ ਕੋਈ ਸਿੱਖ ਕਰਦਾ ਹੈ ਖਿਲਾਫੀਅਤ, ਕਹਿੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਇਹਨੇ ਸਿਪਾਹੀ ਭੇਜੇ ਨੇ। ਜਦੋਂ ਸਿਪਾਹੀ ਗਏ ਨੇ ਪੂਲੇ ਪਿੰਡ ਭਾਈ ਤਾਰੂ ਸਿੰਘ ਜੀ ਦੇ ਘਰ, ਉਸ ਵੇਲੇ ਭਾਈ ਤਾਰੂ ਸਿੰਘ ਜੀ ਆਪਣੇ ਘਰ ਵਿੱਚ ਨਹੀਂ ਸਨ, ਖੇਤਾਂ ਵਿੱਚ ਕੰਮ ਕਰਦੇ ਸਨ। ਜਾ ਕੇ ਘਰ ਦੇ ਦਰਵਾਜ਼ਾ ਖੜਕਾ ਕੇ ਜਦੋਂ ਘਰ ਗਏ ਤੇ ਘਰ ਜਾ ਕੇ ਮਾਤਾ ਜੀ ਨੇ ਦੇਖਿਆ ਕੋਈ ਆਇਆ ਹੈ। ਕਹਿੰਦੇ ਕਿੱਥੇ ਭਾਈ ਤਾਰੂ ਸਿੰਘ? ਅਸੀਂ ਸਿਪਾਹੀ ਹਾਂ, ਅਸੀਂ ਲਾਹੌਰ ਦਰਬਾਰ ਤੋਂ ਆਏ ਹਾਂ, ਉਹਨਾਂ ਨੂੰ ਗ੍ਰਿਫਤਾਰ ਕਰਨਾ। ਕੜਕੇ ਦੇ ਨਾਲ ਬੋਲੇ। ਮਾਤਾ ਜੀ ਕਹਿੰਦੀ ਬੇਟਾ ਤੁਸੀਂ ਦੂਰ ਤੋਂ ਸਫ਼ਰ ਕਰਕੇ ਆਏ ਹੋ, ਤੁਹਾਨੂੰ ਭੁੱਖ ਲੱਗੀ ਹੋਏਗੀ, ਤੁਹਾਨੂੰ ਪਿਆਸ ਲੱਗੀ ਹੋਏਗੀ, ਆਓ ਸਿੱਖ ਦੇ ਘਰ ਵਿੱਚ ਆਏ ਹੋ,
ਮੈਂ ਤੁਹਾਨੂੰ ਬਾਅਦ ਪੁੱਛਾਂਗੀ ਤੁਸੀਂ ਕਿੱਥੋਂ ਤੇ ਕੀ ਲੈਣ ਆਏ ਹੋ, ਪਹਿਲੋਂ ਜਲ ਛਕੋ, ਪ੍ਰਸ਼ਾਦਾ ਛਕੋ। ਬੜੇ ਪ੍ਰੇਮ ਦੇ ਨਾਲ ਜਦੋਂ ਮਾਤਾ ਜੀ ਨੇ ਉਹਨਾਂ ਨੂੰ ਜਲ ਪ੍ਰਸ਼ਾਦਾ ਪੁੱਛਿਆ, ਛਕਾਇਆ, ਉਹ ਥੋੜੇ ਜਿਹੇ ਮੱਧਮ ਲਹਿ ਵਿੱਚ ਆ ਗਏ। ਉਹ ਥੋੜੇ ਜਿਹੇ ਜਿਹੜੇ ਉੱਚੀ ਸੁਰ ਵਿੱਚ ਬੋਲਦੇ ਸਨ, ਉਹ ਨਿਮਰਤਾ ਦੇ ਵਿੱਚ ਬੋਲਣ ਲੱਗੇ, ਕਹਿਣ ਲੱਗੇ, ਮਾਤਾ ਜੀ ਅਸੀਂ ਲਾਹੌਰ ਦਰਬਾਰ ਤੋਂ ਆਏ ਹਾਂ। ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਲੱਗੀ ਹੈ, ਉਹਨਾਂ ਦੀ ਗ੍ਰਿਫਤਾਰੀ ਵਾਸਤੇ ਅਸੀਂ ਆਏ ਹਾਂ, ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਣਾ ਹੈ। ਇੰਨੇ ਨੂੰ ਭਾਈ ਤਾਰੂ ਸਿੰਘ ਜੀ ਵੀ ਆ ਗਏ ਆਪਣੇ ਖੇਤਾਂ ਤੋਂ। ਜਦੋਂ ਇਹ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਨਾਲ ਉਹਨਾਂ ਦੀ ਭੈਣ ਤਾਰੋ ਨੂੰ ਗ੍ਰਿਫਤਾਰ ਕਰ ਦਿੱਤਾ, ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਜਿਹੜਾ ਭਰਾ ਦਾ ਨਾਮ ਹੁੰਦਾ ਸੀ, ਮਿਲਦਾ ਜੁਲਦਾ ਨਾਮ ਭੈਣਾਂ ਦਾ ਰੱਖਿਆ ਜਾਂਦਾ ਸੀ। ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਬਾਬਾ ਨਾਨਕ ਜੀ ਤੇ ਭੈਣ ਦਾ ਨਾਮ ਬੇਬੇ ਨਾਨਕੀ, ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਦਾ ਨਾਮ ਭਾਈ ਤਾਰੂ ਸਿੰਘ ਤੇ ਬੀਬੀ ਜਿਹੜੀ ਭੈਣ ਸੀ ਉਹਨਾਂ ਦਾ ਨਾਮ ਬੀਬੀ ਤਾਰੋ ਰੱਖਿਆ ਸੀ। ਬੀਬੀ ਤਾਰੋ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਦੇ ਵਿੱਚ ਇਹਨਾਂ ਦਾ ਸਲੂਕ ਬੜਾ ਸੀ। ਹਰ ਧਰਮ ਦੇ ਲੋਕ ਭਾਈ ਤਾਰੂ ਸਿੰਘ ਜੀ ਦੀ ਪਰਿਵਾਰ ਦੀ ਇੱਜ਼ਤ ਕਰਦੇ ਸਨ। ਪਿੰਡ ਦੇ ਲੋਕ ਆ ਕੇ ਇਹਨਾਂ ਪੁਲਿਸ ਵਾਲਿਆਂ ਦੇ ਸਾਹਮਣੇ ਖਲੋ ਗਏ, ਕਹਿਣ ਲੱਗੇ, ਇਹ ਭਾਈ ਤਾਰੂ ਸਿੰਘ ਜੀ ਦੀ ਭੈਣ ਨਹੀਂ, ਇਹ ਸਾਡੀ ਭੈਣ ਹੈ। ਇਹ ਭਾਈ ਤਾਰੂ ਸਿੰਘ ਜੀ ਦੀ ਭੈਣ ਨਹੀਂ, ਸਾਡੀ ਭੈਣ ਪਹਿਲੋਂ ਹੈ, ਅਸੀਂ ਇਹਨੂੰ ਗ੍ਰਿਫਤਾਰ ਹੋ ਕੇ ਇਸ ਤਰ੍ਹਾਂ ਜਾਣ ਨਹੀਂ ਦੇਣਾ। ਜਦੋਂ ਇਹ ਗੱਲ ਕਹੀ, ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਬੀਬੀ ਤਾਰੋ ਨੂੰ ਛੁਡਵਾ ਲਿਆ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ। ਕੁਝ ਲੋਕਾਂ ਨੇ ਕਿਹਾ, ਭਾਈ ਤਾਰੂ ਸਿੰਘ ਜੀ, ਜੇ ਤੁਸੀਂ ਕਹੋ ਇਹਨਾਂ ਸਿਪਾਹੀਆਂ ਨੂੰ ਹੁਣੇ ਅਸੀਂ ਝਟਕਾ ਦਿੰਨੇ ਆ ਤੇ ਤੁਹਾਨੂੰ ਛੁਡਾ ਲੈਂਦੇ ਆ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਜੇ ਤੁਸੀਂ ਮੇਰੇ ਭਰਾ ਜੋ ਮੇਰੇ ਨਾਲ ਪਿਆਰ ਕਰਦੇ ਹੋ, ਦਿਲੋਂ ਪਿਆਰ ਕਰਦੇ ਹੋ, ਫਿਰ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ, ਕਿਉਂਕਿ ਮੈਂ ਤੇ ਵਡਭਾਗ ਸਮਝਦਾ ਹਾਂ, ਆਪਣੇ ਵੱਡੇ ਭਾਗ ਸਮਝਦਾ ਹਾਂ ਕਿ ਮੈਨੂੰ ਕੁਰਬਾਨੀ ਦੇਣ ਦਾ ਸਮਾਂ ਮਿਲਿਆ ਹੈ, ਸਿੱਖੀ ਤੋਂ ਕੁਰਬਾਨ ਜਾਣ ਦਾ ਸਮਾਂ ਮਿਲਿਆ। ਮੇਰੀ ਜਾਨ ਬਚਾਉਣ ਦੀ ਲੋੜ ਨਹੀਂ, ਮੇਰੀ ਜਾਨ ਦੀ ਪਰਵਾਹ ਨਹੀਂ ਕਰਨੀ। ਜੇ ਸੱਚਮੁੱਚ ਮੇਰੇ ਨਾਲ ਪਿਆਰ ਕਰਦੇ ਹੋ ਤੇ ਇਸ ਘਰ ਦੇ ਚੁੱਲ੍ਹੇ ਨੂੰ ਬੰਦ ਨਾ ਹੋਣ ਦਿਆ ਜੇ, ਸਗੋਂ ਆਪਣੇ ਅੱਡ-ਅੱਡ ਘਰਾਂ ਦੇ ਵਿੱਚ ਚੁੱਲ੍ਹੇ ਬਾਲ ਕੇ ਲੋਹਾ ਤਪਾ ਦਿਆ ਜੇ, ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਦੀ ਸੇਵਾ ਕਰਿਆ ਜੇ, ਇਹਦੇ ਵਿੱਚ ਮੈਂ ਸਮਝਾਂਗਾ ਤੁਸੀਂ ਮੈਨੂੰ ਪਿਆਰ ਕਰਦੇ ਹੋ। ਖੈਰ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਵਿੱਚ ਲਿਜਾਇਆ ਗਿਆ। ਉੱਥੇ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦੋਂ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ, ਕਹਿਣ ਲੱਗੇ, ਤਾਰੂ ਸਿੰਘਾ, ਤੂੰ ਬਹੁਤ ਵੱਡੀ ਗਲਤੀ ਕੀਤੀ ਹੈ, ਬਹੁਤ ਵੱਡਾ ਗੁਨਾਹ ਕੀਤਾ ਹੈ। ਤੂੰ ਸਾਡੇ ਬਾਗੀਆਂ ਨੂੰ ਭੋਜਨ ਛਕਾਉਣਾ ਹੈ, ਤੂੰ ਸਾਡੇ ਖਿਲਾਫ ਕਦਮ ਉਠਾਏ ਨੇ। ਅਸੀਂ ਜਿਨ੍ਹਾਂ ਨੂੰ ਮਾਰਨਾ ਚਾਹੁੰਦੇ, ਤੂੰ ਉਹਨਾਂ ਨੂੰ ਜਾ ਕੇ ਰਾਤ ਭੋਜਨ ਛਕਾਉਣਾ। ਗੁਨਾਹ ਤੇਰਾ ਬਹੁਤ ਵੱਡਾ ਹੈ, ਬਖਸ਼ਿਆ ਜਾਣ ਵਾਲਾ ਨਹੀਂ। ਪਰ ਤੇਰੇ ਵਾਸਤੇ ਕੁਝ ਆਪਸ਼ਨ ਹੈ, ਜੇ ਤੂੰ ਚਾਵੇਂ ਤੇ ਤੇਰੀ ਜਾਨ ਬਚ ਸਕਦੀ ਹੈ, ਵਰਨਾ ਤੈਨੂੰ ਸ਼ਹੀਦ ਕਰ ਦਿੱਤਾ ਜਾਏਗਾ। ਭਾਈ ਤਾਰੂ ਸਿੰਘ ਜੀ ਨੂੰ ਕਹਿੰਦੇ ਨੇ, ਜੇ ਤੁਸੀਂ ਜਾਨ ਨੂੰ ਬਚਾਉਣੀ ਚਾਹੁੰਦੇ ਹੋ ਤਾਂ ਇੱਕ ਕੰਮ ਕਰੋ, ਬਸ ਆਪਣੇ ਧਰਮ ਨੂੰ ਛੱਡ ਕੇ ਤੇ ਇਸਲਾਮ ਧਰਮ ਨੂੰ ਕਬੂਲ ਕਰ ਲਓ। ਬਸ ਇਹੀ ਤੁਹਾਡੀ ਸਜ਼ਾ ਹੋਏਗੀ, ਤੁਹਾਡੀ ਜਾਨ ਨੂੰ ਬਖਸ਼ ਦਿੱਤਾ ਜਾਏਗਾ। ਧਰਮ ਛੱਡ ਦੇਵੋ, ਇਸਲਾਮ ਨੂੰ ਕਬੂਲ ਕਰ ਲਵੋ, ਇਸਲਾਮ ਧਰਮ ਦੇ ਵਿੱਚ ਆ ਜਾਓ, ਆਪਣੇ ਧਰਮ ਨੂੰ ਛੱਡ ਦੇਵੋ, ਤੁਹਾਡੇ ਗੁਨਾਹ ਮਾਫ ਕੀਤੇ ਜਾਣਗੇ। ਕੇਵਲ ਗੁਨਾਹ ਹੀ ਨਹੀਂ ਮਾਫ ਕੀਤੇ ਜਾਣਗੇ, ਸਗੋਂ ਤੁਹਾਨੂੰ ਡੋਲੇ ਦਿੱਤੇ ਜਾਣਗੇ, ਸ਼ਾਹੀ ਘਰਾਂ ਦੇ ਡੋਲੇ ਤੁਹਾਨੂੰ ਦਿੱਤੇ ਜਾਣਗੇ, ਰਹਿਣ ਵਾਸਤੇ ਸੋਹਣੇ ਘਰ ਦਿੱਤੇ ਜਾਣਗੇ, ਤੁਹਾਡੀ ਗਰੀਬੀ ਕੱਟ ਦਿੱਤੀ ਜਾਏਗੀ, ਤੁਹਾਨੂੰ ਬਹੁਤ ਸਾਰਾ ਇਨਾਮ ਵੀ ਦਿੱਤਾ ਜਾਏਗਾ। ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ, ਕੋਈ ਦੁੱਖ ਤਕਲੀਫ ਨਹੀਂ ਹੋਏਗੀ। ਜ਼ਿੰਦਗੀ ਦੇ ਵਿੱਚ ਇੱਕ ਬੰਨੇ ਤੁਹਾਡੇ ਸੁੱਖ ਹੈ, ਇੱਕ ਬੰਨੇ ਗੁਰੂ ਦਾ ਪਿਆਰ ਹੈ। ਜੇ ਤੂੰ ਕਹਿੰਦਾ ਮੈਂ ਆਪਣੇ ਗੁਰੂ ਨੂੰ ਪਿਆਰ ਕਰਦਾ, ਤੂੰ ਕਹਿੰਦਾ ਸਿੱਖੀ ਨੂੰ ਪਿਆਰ ਕਰਦਾ ਹੈ, ਤੇ ਫਿਰ ਤੈਨੂੰ ਕੁਰਬਾਨੀ ਦੇਣੀ ਪੈਗੀ। ਇੱਕ ਬੰਨੇ ਆਪਣੀ ਜ਼ਿੰਦਗੀ ਵੱਲ ਵੇਖ, ਆਪਣੀ ਜਵਾਨੀ ਵੱਲ ਵੇਖ। 25 ਸਾਲ ਦੀ ਤੇਰੀ ਉਮਰ ਹੈ, ਨੌਜਵਾਨ ਹੈ, ਤੇਰੀ ਜ਼ਿੰਦਗੀ ਜੀਣ ਦੇ ਦਿਨ ਨੇ, ਨਾ ਕਿ ਤੇਰੀ ਜ਼ਿੰਦਗੀ ਗਵਾਉਣ ਦੇ ਦਿਨ ਨੇ। ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਜੀ, ਸੋਹਣੀਆਂ ਬੇਗਮਾਂ ਦੇ ਡੋਲੇ ਤੈਨੂੰ ਮਿਲਣਗੇ, ਐਸ਼ੋ ਆਰਾਮ ਦੇ ਸਾਧਨ ਤੈਨੂੰ ਮਿਲਣਗੇ, ਕਿਉਂ ਆਪਣੀ ਜ਼ਿੰਦਗੀ ਨੂੰ ਗਵਾਉਣਾ। ਤੇ ਭਾਈ ਤਾਰੂ ਸਿੰਘ ਜੀ ਉਹ ਕਹਿੰਦੇ, ਨਹੀਂ, ਮੇਰੇ ਗੁਰੂ ਦਾ ਫਰਮਾਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਤੀਜੈ ਕਾਣ ਨਾ ਕੀਤਾ। ਖੇਡ ਖੇਡਦੇ ਨਾ ਖਿਡਾਰੀ, ਕਿਸੇ ਖਿਡਾਰੀ ਦਾ ਮੂਡ ਠੀਕ ਨਾ ਹੋਵੇ ਨਾ, ਤੇ
ਤੇ ਉਹਨੂੰ ਦੂਜਾ ਸਾਥੀ ਕਹੇ ਕਿ ਭਾਈ ਚੱਲ ਆਪਾਂ ਖੇਡਣ ਵਾਸਤੇ ਜਾਣਾ ਹੈ, ਉਹ ਕਹੇਗਾ ਨਹੀਂ ਬਈ ਅੱਜ ਮੇਰਾ ਮੂਡ ਠੀਕ ਨਹੀਂ, ਮੇਰਾ ਸਰੀਰ ਠੀਕ ਨਹੀਂ, ਮੇਰਾ ਮੂਡ ਠੀਕ ਨਹੀਂ, ਮੈਂ ਖੇਡ ਨਹੀਂ ਖੇਡਣੀ। ਕਿਉਂਕਿ ਖੇਡ ਖੇਡੀ ਉਦੋਂ ਜਾਂਦੀ ਹੈ ਜਦੋਂ ਅੰਦਰ ਚਾਹ ਹੋਵੇ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਮੇਰੇ ਬਾਬੇ ਦਾ ਫਰਮਾਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਗੁਰੂ ਦੇ ਸਿੱਖਾ ਜੇ ਤੇਰੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਤੇਰੇ ਅੰਦਰ ਉਮਾ ਪੈਦਾ ਹੁੰਦਾ ਹੈ, ਤੇ ਆਪਣੇ ਸੀਸ ਨੂੰ ਤਲੀ ਤੇ ਰੱਖ ਕੇ ਗੁਰੂ ਦੇ ਦਰ ਤੇ ਆਈ ਤੇ ਸਿੱਖੀ ਨੂੰ ਨਿਭਾਈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਸਿਰ ਜਾਂਦਾ ਤੇ ਜਾਵੇ, ਪ੍ਰਵਾਹ ਨਾ ਕਰੀ, ਤੇ ਮੈਂ ਆਪਣੇ ਗੁਰੂ ਦੇ ਬਚਨਾਂ ਦੇ ਉੱਤੋਂ ਕੁਰਬਾਨ ਹੋਣਾ। ਗੁਰੂ ਨੇ ਸਾਨੂੰ ਮਰਨਾ ਸਿਖਾਇਆ ਹੈ, ਤੂੰ ਮੈਨੂੰ ਜ਼ਿੰਦਗੀ ਜੀਣ ਵਾਸਤੇ ਦਿਲਾਸੇ ਦੇਣਾ ਹੈ, ਤੂੰ ਮੈਨੂੰ ਬਹੁਤ ਸਾਰੇ ਆਪਣੇ ਵੱਲੋਂ ਆਪਸ਼ਨ ਦੇਣਾ ਕਿ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਸੁੱਖ ਦਿੱਤੇ ਜਾਣਗੇ। ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਨਹੀਂ, ਮੈਂ ਸਾਰਿਆਂ ਨੂੰ ਠੋਕਰ ਮਾਰਦਾ ਤੇ ਗੁਰੂ ਦੇ ਪ੍ਰੇਮ ਤੋਂ ਕੁਰਬਾਨ ਹੋਣਾ ਪਸੰਦ ਕਰਦਾ। ਇੱਕ ਸ਼ਾਇਰ ਕਹਿੰਦਾ ਜੋ ਆਸ਼ਿਕ ਹੈ ਸ਼ਹਾਦਤ ਕੇ वो जीना छोड़ देते हैं, जो आशिक है शहादत के वो जीना छोड़ देते हैं, खिलौना समझकर जिस्म को खुशी से फोड़ देते हैं, ना तख्तो ना ताज ना हूरों की हसरत है, अगर खुदा खुदाई भी दे खुशी से छोड़ देते हैं। कहते तू सानू दिलासे देना, तू सानू लालच देना है, बेगमां दे लालच देना, ढोलियां दे लालच देना, सुखां दे लालच देना। कहते जिहदे अंदर मरण दा चाह पैदा हो गया ਉਹ ਤੇ ਰਾਜ ਗੱਦੀਆਂ ਨੂੰ ਠੋਕਰਾਂ ਮਾਰ ਦਿੰਦੇ ਨੇ। ਇੱਥੋਂ ਤੱਕ ਜਿਹਨੂੰ ਖੁਦਾ ਖੁਦਾਈ ਵੀ ਦਵੇ ਤੇ ਉਹ ਖੁਦਾਈ ਦੇ ਪਿੱਛੇ ਵੀ ਗੁਰੂ ਦਾ ਪਿਆਰ ਨਹੀਂ ਛੱਡਦੇ। ਭਾਈ ਤਾਰੂ ਸਿੰਘ ਜੀ ਅਡੋਲ ਰਹੇ। ਉੱਥੇ ਫਿਰ ਉਹਨਾਂ ਕਿਹਾ ਸੀ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਵਾਂਗਾ। ਵਾਰ-ਵਾਰ ਭਾਈ ਤਾਰੂ ਸਿੰਘ ਜੀ ਦੇ ਮੁਖਾਰਬਿੰਦ ਤੋਂ ਸੁਣਦੇ ਨੇ ਕਿ ਆਪਣੀ ਸਿੱਖੀ ਨੂੰ ਨਿਭਾਉਣਾ, ਕੇਸਾਂ ਸਵਾਸਾਂ ਦੇ ਨਾਲ ਨਿਭਾਉਣਾ। ਉੱਥੇ ਜ਼ਕਰੀਆ ਖਾਨ ਅੱਗ ਬਬੂਲਾ ਹੋ ਗਿਆ। ਕਹਿੰਦਾ ਤੂੰ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਣ ਦੀ ਗੱਲ ਕਰਦਾ। ਕਹਿੰਦਾ ਮੈਂ ਪੈਰ ਦੇ ਜੁੱਤੇ ਤੇਰੇ ਸਿਰ 'ਚ ਮਾਰ-ਮਾਰ ਕੇ ਤੇਰੇ ਕੇਸ ਹੀ ਉਡਾ ਦੇਣੇ ਆ। ਕਿਹੜੀ ਸਿੱਖੀ ਦੀ ਗੱਲ ਕਰਦਾ ਤੇ ਕਿਹੜੇ ਕੇਸਾਂ ਦੀ ਗੱਲ ਕਰਦਾ। ਗੁਰੂ ਦਾ ਸਿੱਖ ਕਹਿੰਦਾ ਜ਼ਕਰੀਆ ਖਾਨ ਤੂੰ ਕਹਿੰਦਾ ਮੈਂ ਤੇਰੇ ਕੇਸਾਂ ਨੂੰ ਜੁੱਤੀਆਂ ਦੇ ਨਾਲ ਉਡਾ ਦੇਣਾ। ਸੱਚ ਕਹਿੰਦਾ ਵਾ ਗੁਰੂ ਦਾ ਸਿੱਖ ਹਾਂ, ਤੈਨੂੰ ਆਪਣੀ ਜੁੱਤੀ ਦੇ ਅੱਗੇ ਲਗਾ ਕੇ ਲੈ ਕੇ ਜਾਵਾਂਗਾ, ਐਵੇਂ ਮੈਂ ਸ਼ਹੀਦ ਨਹੀਂ ਹੋਣਾ। ਇਹ ਗੱਲ ਹੋਈ। ਉੱਥੇ ਇਤਿਹਾਸ ਕਹਿੰਦਾ ਹੈ ਕਿ ਉੱਥੇ 90 ਨਾਈ ਬੁਲਾਏ ਗਏ ਤੇ ਕੇਸਾਂ ਨੂੰ ਕੱਟਣ ਦੀ ਗੱਲ ਹੋਈ। ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਕੇਸ ਜਿਹੜੇ ਸਨ ਉਹ ਤਾਰਾਂ ਬਣ ਗਏ, ਪਰ ਨਹੀਂ, ਜਿਸ ਗੁਰੂ ਦੇ ਸਿੱਖ ਨੇ ਆਪਣੇ ਜੀਵਨ ਨੂੰ ਕਮਾਇਆ, ਸੱਚ ਇਹ ਹੈ ਕਿ ਉਹਦੇ ਕੇਸਾਂ ਨੂੰ ਕੱਟਣ ਦੀ ਕਿਸੇ ਜਲਾਦ ਦੀ ਹਿੰਮਤ ਹੀ ਨਾ ਬਣੀ। ਉੱਥੇ ਫਿਰ ਮੋਚੀ ਸੱਦੇ ਗਏ ਤੇ ਜ਼ਕਰੀਆ ਖਾਨ ਕਹਿੰਦਾ ਕਿ ਇਸ ਭਾਈ ਤਾਰੂ ਸਿੰਘ ਜੀ ਦੀ ਖੋਪੜ ਨੂੰ ਹੀ ਉਤਾਰ ਦਿਓ। ਜਿਹੜਾ ਕਹਿੰਦਾ ਨਾ ਮੈਂ ਗੁਰੂ ਦੇ ਪ੍ਰੇਮ ਵਿੱਚ ਕੁਰਬਾਨ ਹੋਣਾ ਚਾਹੁੰਦਾ, ਕਹਿੰਦਾ ਦੇਖਦੇ ਕਿੰਨਾ ਕਚਾਓ ਹੈ। ਕਹਿੰਦੇ ਇਹਦੇ ਸਿਰ ਦੇ ਉੱਤੋਂ ਖੋਪੜੀ ਨੂੰ ਕੇਸਾਂ ਸਮੇਤ ਉਤਾਰ ਦਿੱਤਾ ਜਾਵੇ। ਤੇ ਇਤਿਹਾਸ ਕਹਿੰਦਾ ਉੱਥੇ ਫਿਰ ਮੋਚੀ ਸੱਦੇ ਗਏ। ਮੋਚੀਆਂ ਨੇ ਸੱਦ ਕੇ ਜਦੋਂ ਉਹਨਾਂ ਨੇ ਰੰਬੀ ਤੇਜ਼ ਕੀਤੀ, ਰੰਬੀ ਤੇਜ਼ ਕਰਕੇ ਮੱਥੇ ਦੇ ਉੱਤੋਂ ਇੱਕ ਸਾਈਡ ਤੋਂ ਰੱਖ ਕੇ ਰੰਬੀ ਉੱਤੇ ਠੋਕਰਾਂ ਮਾਰਨੀਆਂ ਸ਼ੁਰੂ ਕੀਤੀਆਂ। ਸਿਰ ਦੇ ਉੱਤੋਂ ਖੋਪੜੀ ਨੂੰ ਪੁੱਟਦੇ ਇੱਕ ਬੰਨੇ ਗਿੱਚੀ ਤੱਕ ਗਏ। ਫਿਰ ਮੱਥੇ ਤੋਂ ਲਾ ਕੇ ਪੁੱਟਦਿਆਂ ਦੂਸਰੇ ਬੰਨੇ ਗਿੱਚੀ ਤੱਕ ਗਏ। ਤੇ ਜਦੋਂ ਗਿੱਚੀ ਦੇ ਵਿੱਚ ਤੱਕ ਦੋਵੇਂ ਬੰਨੇ ਖੋਪੜੀ ਪੁੱਟੀ ਗਈ, ਉੱਤੋਂ ਕੇਸਾਂ ਨੂੰ ਪਕੜ ਕੇ ਜਲਾਦ ਨੇ ਝਟਕਾ ਮਾਰ ਕੇ ਖਿੱਚ ਕੇ ਸਿੱਖ ਦੀ ਖੋਪੜੀ ਨੂੰ ਸਿੱਖ ਦੇ ਸਿਰ ਦੇ ਨਾਲੋਂ ਅੱਡ ਕਰ ਦਿੱਤਾ। ਲਹੂ ਦੇ ਫੁਹਾਰੇ ਛੁੱਟੇ, ਸਾਰਾ ਜਿਸਮ ਭਿੱਜ ਗਿਆ। ਭਾਈ ਸਾਹਿਬ ਦੀ ਅਡੋਲ ਬੈਠੇ ਰਹੇ। ਹਾਲਾਂਕਿ ਭਾਈ ਸਾਹਿਬ ਜੀ ਦੀ ਖੋਪੜੀ ਉਤਾਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਰੱਸਾ ਲੈ ਕੇ ਆਓ। ਭਾਈ ਸਾਹਿਬ ਜੀ ਕਹਿੰਦੇ ਕੀ ਕਰਨਾ? ਕਹਿੰਦੇ ਤੁਹਾਡੀ ਖੋਪੜੀ ਨੂੰ ਉਤਾਰਨਾ ਹੈ, ਤੁਸੀਂ ਤੜਫੋਗੇ ਇਸ ਕਰਕੇ ਤੁਹਾਨੂੰ ਬੰਨਣਾ। ਭਾਈ ਸਾਹਿਬ ਜੀ ਕਹਿੰਦੇ ਨਹੀਂ, ਮੈਂ ਗੁਰੂ ਦਾ ਸਿੱਖ ਹਾਂ, ਇਸੇ ਤਰ੍ਹਾਂ ਅਡੋਲ ਬੈਠਾ ਰਹਾਂਗਾ। ਖੋਪੜੀ ਉਤਰ ਗਈ। ਭਾਈ ਸਾਹਿਬ ਜੀ ਉਸ ਨਿਰੰਕਾਰ ਦੀ ਯਾਦ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਖੋਪੜੀ ਉਤਾਰਨ ਤੋਂ ਬਾਅਦ ਭਾਈ ਸਾਹਿਬ ਜੀ ਦੇ ਸਰੀਰ ਨੂੰ ਉਹਨਾਂ ਨੂੰ ਇੱਕ ਬੰਨੇ ਸੁੱਟ ਦਿੱਤਾ ਗਿਆ ਕਿ ਕੌਣੀ ਹੁਣ ਆਪਣੇ ਆਪ ਹੀ ਸ਼ਹੀਦ ਹੋ ਜਾਏਗਾ। ਖੋਪੜੀ ਉਤਾਰ ਦਿੱਤੀ ਗਈ।
ਉਧਰ ਭਾਈ ਸਾਹਿਬ ਜੀ ਦੀ ਖੋਪੜੀ ਉਤਰੀ, ਉਧਰ ਭਾਈ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਸੀ ਤੈਨੂੰ ਆਪਣੀ ਪੈਰ ਦੀ ਜੁੱਤੀ ਦੇ ਅੱਗੇ ਲਿਜਾ ਕੇ ਜਾਵਾਂਗਾ, ਉਹ ਬਚਨ ਪੂਰੇ ਹੋਣ ਲੱਗੇ। ਗੁਰੂ ਦੇ ਸਿੱਖ ਦੇ ਉਧਰ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ। ਜਦੋਂ ਬੰਨ ਪੈ ਗਿਆ, ਪਿਸ਼ਾਬ ਰੁਕ ਗਿਆ, ਇਹ ਪਰੇਸ਼ਾਨ ਹੋਇਆ। ਸੱਦਦਾ ਹੈ ਹਕੀਮਾਂ ਨੂੰ ਔਰ ਇਲਾਜ ਕਰਦੇ ਕੋਈ ਅਸਰ ਨਹੀਂ ਪੈਂਦਾ। ਕਹਿੰਦਾ ਮੈਂ ਬੜਾ ਪਰੇਸ਼ਾਨ ਜੀ, ਕੋਈ ਇਲਾਜ ਕਰੋ ਮੇਰਾ। ਕਿਸੇ ਨੇ ਕਿਹਾ ਤੈਨੂੰ ਗੁਰੂ ਦੇ ਸਿੱਖ ਨੇ ਇਹ ਕਿਹਾ ਸੀ ਤੈਨੂੰ ਪੈਰ ਦੀ ਜੁੱਤੀ ਦੇ ਅੱਗੇ ਲੈ ਕੇ ਆਵਾਂਗਾ। ਜਿਸ ਭਾਈ ਤਾਰੂ ਸਿੰਘ ਜੀ ਨੂੰ ਖੋਪੜੀ ਤੋਂ ਬਗੈਰ ਤੁਸੀਂ ਸੁੱਟ ਕੇ ਆਏ ਹੋ, ਮੈਂ ਕਹਿੰਦਾ ਉਹਦੀ ਪੈਰ ਦੀ ਜੁੱਤੀ ਲਿਆ ਕੇ ਤੁਹਾਡੇ ਸਿਰ ਵਿੱਚ ਮਾਰੀ ਜਾਵੇ ਤੇ ਤੁਹਾਨੂੰ ਪਿਸ਼ਾਬ ਆ ਜਾਏਗਾ। ਹੁਣ ਇਹਨੇ ਕੀਤਾ, ਕਹਿੰਦਾ ਦੇਰ ਨਾ ਲਾਓ, ਮੈਂ ਬੜਾ ਪਰੇਸ਼ਾਨ ਜੀ। ਉਸ ਭਾਈ ਤਾਰੂ ਸਿੰਘ ਦੀ ਪੈਰ ਦੀ ਜੁੱਤੀ ਨੂੰ ਮੰਗਾਇਆ ਗਿਆ। ਹੁਣ ਉਹਦੇ ਪੈਰ ਦੀ ਜੁੱਤੀ ਸਿੱਖ ਦੇ ਜਦੋਂ ਇਸ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦੀ ਹੈ, ਇਹਨੂੰ ਥੋੜਾ ਜਿਹਾ ਆਰਾਮ ਮਿਲਦਾ, ਪਿਸ਼ਾਬ ਆਉਂਦਾ। ਇਹ ਕਹਿੰਦਾ ਕੱਸ ਕੱਸ ਕੇ ਮਾਰੋ, ਮੈਨੂੰ ਸਕੂਨ ਮਿਲਦਾ ਜੀ, ਮੇਰੀ ਜਾਨ ਸੌਖੀ ਹੁੰਦੀ ਹੈ। ਹੁਣ ਜਿੰਨੀ ਕੱਸ ਕੇ ਹੁੰਦਾ ਮੇਰੇ ਸਿਰ ਦੇ ਵਿੱਚ ਜੁੱਤੀਆਂ ਮਾਰੋ। ਤੇ ਇਤਿਹਾਸ ਕਹਿੰਦਾ 21 ਦਿਨ ਤੱਕ ਭਾਈ ਸਾਹਿਬ ਜੀ ਆਪਣੀ ਖੋਪੜੀ ਤੋਂ ਬਗੈਰ 22 ਦਿਨ ਤੱਕ ਜੀਂਦੇ ਰਹੇ ਨੇ, ਪਰ 21 ਦਿਨ ਇਹ ਜ਼ਕਰੀਆ ਖਾਨ ਭਾਈ ਸਾਹਿਬ ਜੀ ਦੇ ਪੈਰ ਦੀ ਜੁੱਤੀ ਆਪਣੇ ਸਿਰ ਦੇ ਵਿੱਚ ਖਾਂਦਾ ਰਿਹਾ, ਇਹਨੂੰ ਪਿਸ਼ਾਬ ਆਉਂਦਾ ਰਿਹਾ। ਪਰ ਵਿਚਾਰਨ ਵਾਲੀ ਗੱਲ ਹੈ, ਸਾਡੇ ਸਰੀਰ ਤੇ ਛੋਟਾ ਜਿਹਾ ਫੱਟ ਲੱਗ ਜਾਏ, ਸਾਡੇ ਤੋਂ ਸਹਾਰਿਆ ਨਹੀਂ ਜਾਂਦਾ। ਪਰ ਭਾਈ ਤਾਰੂ ਸਿੰਘ ਜੀ ਖੋਪੜੀ ਤੋਂ ਬਗੈਰ 22 ਦਿਨ ਤੱਕ ਜਿੰਦਾ ਰਹੇ ਨੇ। ਪਰ ਗੁਰੂ ਦੇ ਸਿੱਖ ਨੇ ਕਿਹਾ ਸੀ ਤੈਨੂੰ ਆਪਣੇ ਪੈਰ ਦੀ ਜੁੱਤੀ ਦੇ ਅੱਗੇ ਲਗਾ ਕੇ ਜਾਣਾ। ਹੁਣ ਜ਼ਕਰੀਆ ਖਾਨ ਨੇ ਭਾਈ ਸ਼ਬੇਗ ਸਿੰਘ ਜੀ ਨੂੰ ਸੱਦਿਆ। ਕਹਿੰਦੇ ਉਸ ਭਾਈ ਤਾਰੂ ਸਿੰਘ ਜੀ ਨੂੰ ਕਹੋ ਮੈਨੂੰ ਮਾਫ ਕਰ ਦਿੱਤਾ ਜਾਵੇ, ਮੈਨੂੰ ਮਾਫ ਕਰ ਦਿੱਤਾ ਜਾਵੇ, ਮੇਰੀ ਤੋਂ ਗਲਤੀ ਹੋਈ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਜੀ ਕੋਲ ਗਏ। ਭਾਈ ਤਾਰੂ ਸਿੰਘ ਜੀ ਕਹਿੰਦੇ ਨਹੀਂ, ਇਹ ਖਾਲਸਾ ਹੁਣ ਫੈਸਲਾ ਕਰੇਗਾ। ਸਿੱਖਾਂ ਦੇ ਕੋਲ ਗਏ ਭਾਈ ਸ਼ਬੇਗ ਸਿੰਘ, ਜਾ ਕੇ ਸਾਰੀ ਦਾਸਤਾਨ ਦੱਸੀ ਭਾਈ ਤਾਰੂ ਸਿੰਘ ਜੀ ਦਾ। ਸਿਰ ਦੇ ਉੱਤੋਂ ਖੋਪੜੀ ਉਤਾਰ ਦਿੱਤੀ ਗਈ ਜ਼ਕਰੀਆ ਖਾਨ ਨੇ। ਸਿੱਖ ਗੁੱਸੇ ਵਿੱਚ ਆਏ, ਕਹਿੰਦੇ ਨਹੀਂ, ਜ਼ਕਰੀਆ ਖਾਨ ਹੁਣ ਮਾਫੀਆਂ ਮੰਗਦਾ ਹੈ, ਉਹ ਕਹਿੰਦਾ ਮੈਨੂੰ ਮਾਫ ਕੀਤਾ ਜਾਵੇ। ਸਿੱਖ ਕਹਿੰਦੇ ਨਹੀਂ, ਹੁਣ ਜ਼ਕਰੀਆ ਖਾਨ ਨੂੰ ਮਾਫ ਨਹੀਂ ਕੀਤਾ ਜਾਣਾ, ਜੁੱਤੀ ਖਾਂਦੇ ਆ ਉਹਦੀ ਜਾਨ ਨਿਕਲਣੀ ਹੈ। ਪਰ ਉਹ ਸਿੱਖ ਆਏ ਭਾਈ ਤਾਰੂ ਸਿੰਘ ਜੀ ਨੂੰ ਮਿਲੇ। ਭਾਈ ਤਾਰੂ ਸਿੰਘ ਜੀ ਤੁਸੀਂ ਕਹੋ ਵੈਦ ਲੈ ਕੇ ਆਏ ਹਾਂ। ਵੈਦਾਂ ਨੇ ਕਿਹਾ ਤੁਹਾਡੀ ਖੋਪੜੀ ਦਾ ਇੰਤਜ਼ਾਮ ਕੀਤਾ ਜਾਵੇ। ਭਾਈ ਤਾਰੂ ਸਿੰਘ ਜੀ ਕਹਿੰਦੇ ਨਹੀਂ, ਹੁਣ ਖੋਪੜੀ ਦਾ ਇੰਤਜ਼ਾਮ ਕਰਨ ਦੀ ਲੋੜ ਨਹੀਂ। ਮੇਰੀ ਮਾਂ ਮੈਨੂੰ ਬਚਪਨ ਦੇ ਵਿੱਚ ਦਰਬਾਰ ਸਾਹਿਬ ਜਾ ਕੇ ਉੱਥੇ ਇਸ਼ਨਾਨ ਕਰਵਾਉਂਦੀ ਸੀ। ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦਾ ਪਵਿੱਤਰ ਜਲ ਜਿਹੜਾ ਮੰਗਾਇਆ ਜਾਵੇ, ਉਹਦੇ ਨਾਲ ਮੈਨੂੰ ਇਸ਼ਨਾਨ ਕਰਾਇਆ ਜਾਵੇ। ਦਰਬਾਰ ਸਾਹਿਬ ਜੀ ਦਾ ਪਵਿੱਤਰ ਜਲ ਮੰਗਾਇਆ ਗਿਆ ਸਰੋਵਰ ਦਾ। ਭਾਈ ਤਾਰੂ ਸਿੰਘ ਜੀ ਦੇ ਸਰੀਰ ਉਹਨਾਂ ਦੇ ਇਸ਼ਨਾਨ ਕਰਾਇਆ ਗਿਆ ਪਵਿੱਤਰ ਜਲ ਦੇ ਨਾਲ। ਜਦੋਂ ਇਸ਼ਨਾਨ ਕਰਾਇਆ ਗਿਆ, ਖੂਨ ਨੂੰ ਸਾਫ਼ ਕੀਤਾ ਗਿਆ, ਚਿਹਰੇ ਨੂੰ ਸਾਫ਼ ਕੀਤਾ। ਸਾਫ਼ ਕਰਨ ਤੋਂ ਬਾਅਦ ਕਹਿੰਦੇ ਨੇ ਹੁਣ ਖਾਲਸਾ ਜੀ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਨਿਭ ਗਈ ਹੈ। ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੋ ਸ਼ੁਕਰਾਨੇ ਦੀ ਕਿ ਮੇਰੀ ਸਿੱਖੀ ਨਿਭ ਗਈ ਹੈ। ਖਾਲਸੇ ਪੰਥ ਨੇ ਅਰਦਾਸ ਕੀਤੀ। ਅਰਦਾਸ ਦੇ ਬੋਲ ਸਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਜਦੋਂ ਕਿਹਾ ਅਰਦਾਸ ਸੰਪੂਰਨ ਹੋਈ। ਉਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਵਿੱਚ ਜਾ ਕੇ ਸਥਾਨ ਪ੍ਰਾਪਤ ਕਰ ਲਿਆ। ਉਸ ਤੋਂ ਬਾਅਦ ਫਿਰ ਇਸ ਜ਼ਕਰੀਆ ਖਾਨ ਦੀ ਮੌਤ ਹੋਈ ਹੈ। ਭਾਈ ਤਾਰੂ ਸਿੰਘ ਜੀ ਨੇ ਆਪਣੀ ਸਿੱਖੀ ਨੂੰ ਨਿਭਾ ਲਿਆ, ਪਰ ਉਹਨਾਂ ਨੇ ਆਪਣੇ ਕੇਸ ਕਤਲ ਨਹੀਂ ਕਰਵਾਏ। ਅਸੀਂ ਜਿਨ੍ਹਾਂ ਸਿੱਖ ਸ਼ਹੀਦਾਂ ਦੀ ਦਿਹਾੜੇ ਨੂੰ ਮਨਾ ਰਹੇ ਆ, ਮਹਾਂਪੁਰਸ਼ਾਂ ਨੇ ਉਪਰਾਲਾ ਕੀਤਾ। ਇਸ ਸਿੱਖਾਂ ਦੇ ਦਿਹਾੜੇ ਮਨਾਉਣ ਤੋਂ ਜੋ ਸਾਨੂੰ ਸੇਧ ਮਿਲਦੀ ਹੈ, ਜੋ ਸਾਨੂੰ ਗਿਆਨ ਮਿਲਦਾ ਹੈ, ਜੋ ਸਾਨੂੰ ਸਿੱਖਿਆ ਮਿਲਦੀ ਹੈ, ਉਹ ਸਿੱਖਿਆ ਇਹੀ ਮਿਲਦੀ ਹੈ ਕਿ ਅਸੀਂ ਅੱਜ ਕਿੱਧਰ ਨੂੰ ਜਾ ਰਹੇ ਹਾਂ, ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ। ਭਾਈ ਤਾਰੂ ਸਿੰਘ ਜੀ ਹੋਣਾ ਨੇ ਆਪਣੇ ਖੋਪੜ ਨੂੰ ਉਤਰਵਾਰ ਲਿਆ, ਪਰ ਇੱਕ ਕੇਸ ਉਹਨਾਂ ਨੇ ਕਿਹਾ ਮੈਂ ਆਪਣੇ ਕਤਲ ਨਹੀਂ ਕਰਵਾਵਾਂਗਾ। ਭਾਈ ਤਾਰੂ ਸਿੰਘ ਜੀ ਦੇ ਕੇਸ ਨਹੀਂ ਕਤਲ ਕਰਵਾਏ, ਖੋਪੜੀ ਉਤਾਰ ਲਈ। ਅੱਜ ਅਸੀਂ ਆਪਣੇ ਬੱਚਿਆਂ ਨੂੰ ਅਜਾਇਬ ਘਰ ਲੈ ਕੇ ਜਾਈਏ, ਭਾਈ ਤਾਰੂ ਸਿੰਘ ਜੀ ਦੀ ਤਸਵੀਰ ਨੂੰ ਦਿਖਾਈਏ, ਉਹਨਾਂ ਦੇ ਸਾਹਮਣੇ ਖਲੋ ਕੇ ਜਦੋਂ ਸਾਡੇ ਬੱਚੇ ਨੇ, ਜਿੱਥੇ ਆਪਣੇ ਬੱਚਿਆਂ ਨੂੰ ਐਕਟਰਾਂ ਦੀਆਂ ਤਸਵੀਰਾਂ ਦਿਖਾਉਂਦੇ ਆ, ਉੱਥੇ ਭਾਈ ਤਾਰੂ ਸਿੰਘ ਵਰਗੇ ਯੋਧਿਆਂ ਦੀ ਤਸਵੀਰ ਦਿਖਾਈ ਜਾਵੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਵੇ ਕਿ ਇਹਨਾਂ ਸਿੱਖਾਂ ਨੇ ਸਿੱਖਿਆ ਨੂੰ
ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਇਆ। ਸਾਡੀ ਅਰਦਾਸ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕਿਸ ਤਰ੍ਹਾਂ ਕੇਸਾਂ ਦੇ ਨਾਲ ਸਿੱਖੀ ਨੂੰ ਨਿਭਾਉਣਾ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਮਿਲਦੀ ਹੈ। ਤੇ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ, ਪਰ ਸਾਡਾ ਅੱਜ ਦੁਖਾਂਤ ਹੈ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ, ਸਾਡੇ ਤੇ ਕਿਸੇ ਦਾ ਕੋਈ ਤਸੱਦਦ ਨਹੀਂ, ਕਿਸੇ ਦਾ ਕੋਈ ਜ਼ੁਲਮ ਨਹੀਂ, ਕਿਸੇ ਦੀ ਕੋਈ ਸਾਡੇ ਉੱਤੇ ਤਾਕਤ ਨਹੀਂ, ਸਾਡੇ ਤੇ ਕੋਈ ਜ਼ਬਰਦਸਤੀ ਸਾਨੂੰ ਨਹੀਂ ਕਹਿੰਦਾ ਆਪਣੇ ਕੇਸਾਂ ਨੂੰ ਕਤਲ ਕਰਵਾਓ। ਪਰ ਅਸੀਂ ਆਪਣੇ ਬੱਚਿਆਂ ਨੂੰ ਖੁਦ ਹੀਰੋ ਬਣਾਉਣ ਦੇ ਵਾਸਤੇ ਅਸੀਂ ਜਾ ਕੇ ਨਾਈ ਦੇ ਕੋਲ ਬਿਠਾ ਕੇ ਆਪਣੇ ਪੱਲਿਓਂ ਪੈਸੇ ਦੇ ਕੇ ਕਹਿੰਦੇ ਸਾਨੂੰ ਕਤਲ ਕਰ ਦਿਓ ਸਾਡੇ ਬੱਚਿਆਂ ਦੇ ਕੇਸਾਂ ਨੂੰ, ਇਹ ਬੱਚੇ ਦੇ ਕੇਸ ਨਹੀਂ ਚਾਹੀਦੇ। ਬੱਚੇ ਫਿਰ ਆਪਣੇ ਆਪ ਜਦੋਂ ਜਵਾਨ ਹੁੰਦੇ, ਜਦੋਂ ਦੇਖਦੇ ਸਾਡੇ ਮਾਂ-ਪਿਓ ਨੇ ਸਾਨੂੰ ਡਾਕ ਕੇ ਨਾਈ ਦੇ ਅੱਗੇ ਬਿਠਾ ਦਿੱਤਾ, ਫਿਰ ਬੱਚੇ ਵੀ ਕੇਸ ਕਤਲ ਕਰਵਾਉਂਦੇ ਨੇ। ਇਹ ਸਾਨੂੰ ਅਸੀਂ ਕਿੱਧਰ ਨੂੰ ਚੱਲ ਪਏ? ਸਾਡਾ ਇਤਿਹਾਸ ਕੀ ਸੀ? ਸਾਡਾ ਪਿਛੋਕੜ ਕੀ ਸੀ? ਕੇਸਾਂ ਦੀ ਮਹਾਨਤਾ ਕੀ ਹੈ ਸਾਡੇ ਧਰਮ ਦੇ ਵਿੱਚ? ਗੁਰੂ ਦੇ ਸਿੱਖੋ, ਸਾਡੀ ਇੱਕ ਛੋਟੀ ਜੀ ਘਟਨਾ ਕਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ। ਪੀਰ ਬੁੱਧੂ ਸ਼ਾਹ ਜੀ ਇਸਲਾਮ ਧਰਮ ਦੇ ਨੇ। ਭੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋ ਕੇ ਉਹਨਾਂ ਨੇ ਜੰਗ ਲੜੀ ਹੈ। ਉਹਨਾਂ ਦੇ ਪੁੱਤਰ ਸ਼ਹੀਦ ਹੋਏ। ਪੁੱਤਰ ਸ਼ਹੀਦ ਹੋਣ ਤੋਂ ਬਾਅਦ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਜੀ ਪਹੁੰਚੇ ਨੇ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਇੱਕਦਮ ਇੱਕ ਗੱਲ ਕਹਿੰਦੇ ਪਾਤਸ਼ਾਹ ਜੀ ਦੇਖਿਆ ਜੇ ਮੈਨੂੰ ਕਿਤੇ ਸ਼ਰਮਿੰਦਾ ਨਾ ਕਰਿਆ ਜੇ। ਉਹਨਾਂ ਨੂੰ ਪਤਾ ਸੀ ਕਿ ਦਸ਼ਮੇਸ਼ ਪਿਤਾ ਜੀ ਕਹਿਣਗੇ ਪੀਰ ਬੁੱਧੂ ਸ਼ਾਹ ਤੇਰੇ ਪੁੱਤਰ ਸ਼ਹੀਦ ਹੋਏ ਨੇ, ਤੇਰਾ ਵੀ ਧੰਨਵਾਦ ਹੈ, ਤੂੰ ਸਿੱਖੀ ਵਾਸਤੇ ਪੁੱਤਰ ਸ਼ਹੀਦ ਕਰਾਏ। ਪੀਰ ਬੁੱਧੂ ਸ਼ਾਹ ਕਹਿੰਦਾ ਕੁਝ ਨਾ ਕਹਿਆ ਜੇ ਪਾਤਸ਼ਾਹ ਜੀ। ਕਹਿੰਦੇ ਪੀਰ ਬੁੱਧੂ ਸ਼ਾਹ ਤੇਰੇ ਪੁੱਤਰ ਸ਼ਹੀਦ ਹੋ ਗਏ ਨੇ ਤੇ ਤੁਸੀਂ ਕਹਿੰਦੇ ਕੁਝ ਨਾ ਕਹਿਆ, ਮੈਂ ਤੈਨੂੰ ਬਹੁਤ ਕੁਝ ਦੇਣਾ ਚਾਹੁੰਦਾ, ਮੰਗ ਲੈ ਕੀ ਮੰਗਦਾ। ਪੀਰ ਬੁੱਧੂ ਸ਼ਾਹ ਕਹਿੰਦੇ ਨਹੀਂ ਪਾਤਸ਼ਾਹ ਜੀ ਮੈਂ ਕੀ ਮੰਗਣਾ? ਕਹਿੰਦੇ ਨਹੀਂ ਮੰਗ ਲਾ ਕੁਛ, ਤੇਰੇ ਪੁੱਤਰ ਸ਼ਹੀਦ ਹੋਏ ਨੇ, ਤੇਰੀ ਕੁਰਬਾਨੀ ਬੜੀ ਵੱਡੀ ਹੈ। ਤੇ ਪੀਰ ਬੁੱਧੂ ਸ਼ਾਹ ਨੇ ਉੱਥੇ ਕੀ ਮੰਗਿਆ? ਪੀਰ ਬੁੱਧੂ ਸ਼ਾਹ ਕਿਉਂਕਿ ਦਸ਼ਮੇਸ਼ ਪਿਤਾ ਜੀ ਉਸ ਸਮੇਂ ਕੇਸਾਂ ਵਿੱਚ ਕੰਗਾ ਕਰ ਰਹੇ ਸਨ, ਕਹਿੰਦੇ ਪਾਤਸ਼ਾਹ ਜੀ ਜੇ ਤਰੁੱਠੇ ਹੋ ਨਾ, ਮੰਗਣ ਦੀ ਗੱਲ ਕਰਦੇ ਹੋ ਤੇ ਕੀ ਮੰਗਣਾ? ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਪੱਲਾ ਅੱਡ ਕੇ ਕਹਿਣਾ ਕਿ ਇਹ ਕੇਸਾਂ ਸਮੇਤ ਕੰਗਾ ਮੈਨੂੰ ਦੇ ਦਿਓ। ਤੇ ਪਾਤਸ਼ਾਹ ਜੀ ਨੇ ਤਰੁੱਟ ਕੇ ਆਪਣੇ ਕੇਸਾਂ ਸਮੇਤ ਜਿਹੜੇ ਕੰਗੇ ਦੇ ਵਿੱਚ ਕੇਸ ਸੀ ਉਸ ਕੰਗਾ ਕੇਸਾਂ ਸਮੇਤ ਤੇ ਅੱਧੀ ਦਸਤਾਰ ਪੀਰ ਬੁੱਧੂ ਸ਼ਾਹ ਨੂੰ ਦਿੱਤੀ। ਪੀਰ ਬੁੱਧੂ ਸ਼ਾਹ ਜੀ ਆਪਣੇ ਘਰ ਗਏ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਨੇ। ਇਹਨਾਂ ਦੀ ਬੇਗਮ ਨਸੀਰਾ ਪੁੱਛਦੀ ਹੈ ਪੀਰ ਜੀ ਪੁੱਤਰ ਕਿੱਥੇ ਗਏ ਨੇ? ਕਹਿਣ ਲੱਗੇ ਪੁੱਤਰ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ। ਗੁਰੂ ਦੇ ਨਾਲ ਮੈਂ ਅੱਜ ਕੁਛ ਲੈਣ ਦੇਣ ਕਰਕੇ ਆਇਆ, ਸਾਂਝ ਪਾ ਕੇ ਆਇਆ। ਕਹਿੰਦੇ ਕੈਸੀ ਸਾਂਝ? ਕਹਿੰਦੇ ਮੈਂ ਗੁਰੂ ਤੋਂ ਪੁੱਤਰ ਵਾਰ ਕੇ ਆਇਆ ਤੇ ਗੁਰੂ ਨੇ ਮੇਰੇ ਤੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਪੁੱਛਦੀ ਨਸੀਰਾਂ ਕਿਹੜੀ ਬਖਸ਼ਿਸ਼? ਕਹਿੰਦੇ ਮੇਰੀ ਝੋਲੀ ਦੇ ਵਿੱਚ ਆ ਕੇਸਾਂ ਸਮੇਤ ਕੰਗਾ ਤੇ ਅੱਧੀ ਦਸਤਾਰ ਪਾ ਦਿੱਤੀ ਹੈ। ਕਿੱਡੀ ਵੱਡੀ ਕੁਰਬਾਨੀ ਹੈ। ਪੁੱਤਰ ਸ਼ਹੀਦ ਕਰਵਾ ਕੇ ਕੇਸ ਮਿਲੇ ਨੇ। ਇਸਲਾਮ ਧਰਮ ਦਾ ਪੀਰ ਹੈ ਤੇ ਉਹ ਕਹਿੰਦਾ ਮੇਰੇ ਤੇ ਗੁਰੂ ਨੇ ਰਹਿਮਤ ਕੀਤੀ ਹੈ, ਮੈਨੂੰ ਕੇਸਾਂ ਸਮੇਤ ਕੰਗਾ ਤੇ ਅੱਧੀ ਦਸਤਾਰ ਦਿੱਤੀ ਹੈ। ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਅਸੀਂ ਕੇਸਾਂ ਨੂੰ ਕਿੰਨਾ ਸੰਭਾਲਦੇ ਹਾਂ? ਪੀਰ ਬੁੱਧੂ ਸ਼ਾਹ ਦੇ ਕੁੱਲ ਦੇ ਵਿੱਚ ਉਹਨਾਂ ਕੇਸਾਂ ਨੂੰ ਕੰਗੇ ਨੂੰ ਸੰਭਾਲਿਆ ਗਿਆ। 1999 ਦੀ ਵਿਸਾਖੀ ਤੇ ਪੀਰ ਬੁੱਧੂ ਸ਼ਾਹ ਦੀ ਕੁੱਲ ਵੱਲੋਂ ਉਹ ਕੰਗਾ ਜਿਹੜਾ ਕੇਸਾਂ ਸਮੇਤ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਵਾਪਸ ਕੀਤਾ, ਸਿੱਖ ਧਰਮ ਨੂੰ ਸੌਂਪਿਆ। ਤੇ ਉੱਥੇ ਪੀਰ ਬੁੱਧੂ ਸ਼ਾਹ ਦੀ ਕੁੱਲ ਦੇ ਜਿਹੜੇ ਵਾਰਸ ਸੀ ਉਹਨਾਂ ਨੇ ਜਿੱਥੇ ਕੰਗਾ ਤੇ ਕੇਸ ਵਾਪਸ ਕੀਤੇ, ਉਹ ਕੰਗਾ ਸਮੇਤ ਕੇਸਾਂ ਸਮੇਤ ਕੰਗਾ ਵਾਪਸ ਕੀਤਾ। ਉਹਨਾਂ ਨੇ ਟਾਈਮ ਮੰਗ ਕੇ ਸਟੇਜ ਤੇ ਇੱਕ ਗੱਲ ਕਹੀ, ਕਹਿਣ ਲੱਗੇ ਸਿੱਖੋ ਸਾਡੇ ਵੱਡਿਆਂ ਨੇ ਗੁਰੂ ਦੇ ਨਾਲ ਸਾਂਝ ਪਾਈ ਸੀ, ਉਹਨਾਂ ਨੇ ਮੰਗ ਕੇ ਕੇਸਾਂ ਸਵਾਏ ਕੰਗਾ ਲਿਆ ਸੀ ਤੇ ਅਸੀਂ ਉਸ ਕੰਗੇ ਤੇ ਕੇਸਾਂ ਨੂੰ ਸੰਭਾਲ ਕੇ ਰੱਖਿਆ, ਆਪਣੇ ਘਰ ਵਿੱਚ ਨਮਸਕਾਰ ਕਰਦੇ ਰਹੇ। ਪਰ ਅਫਸੋਸ ਅੱਜ ਹੋਇਆ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਆ ਕੇ ਦੇਖਦੇ ਹਾਂ ਸਿੱਖਾਂ ਦੇ ਬੱਚੇ ਕੇਸ ਕਤਲ ਕਰਵਾਏ ਨੇ, ਕੰਨਾਂ ਵਿੱਚ ਮੁੰਦਰਾ ਪਵਾ ਕੇ ਤੇ ਉਹ ਮੋਟਰਸਾਈਕਲਾਂ ਦੇ ਉੱਤੇ ਗਲੀਆਂ ਵਿੱਚ ਘੁੰਮਦੇ ਨੇ। ਮੈਨੂੰ ਲੱਗਦਾ ਤੁਸੀਂ ਗੁਰੂ ਦੀ ਕੁਰਬਾਨੀ ਨੂੰ ਭੁੱਲ ਗਏ। ਉਹਨਾਂ ਨੇ ਆਪਣੇ ਵੱਲੋਂ ਕਿਹਾ ਸਾਨੂੰ ਲੋੜ ਹੈ ਗੁਰੂ ਦੀ ਕੁਰਬਾਨੀ ਨੂੰ ਯਾਦ ਕਰੀਏ। ਗੁਰੂ ਦੀ ਦਿੱਤੀ ਹੋਈ ਬਹੁਤ ਵੱਡੀ ਦਾਤ ਜਿਹੜੀ ਸਿੱਖੀ ਸਾਡੀ ਝੋਲੀ ਵਿੱਚ ਪਾਈ ਹੈ, ਇਹਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਈਏ। ਸੋ ਸਮੇਂ ਦੀ ਸਮਾਪਤੀ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੇ ਇਸ ਸਿੱਖੀ ਵਾਸਤੇ ਕਿੰਨੀਆਂ ਸ਼ਹਾਦਤਾਂ ਹੋਈਆਂ।
ਮਹਾਂਪੁਰਸ਼ਾਂ ਦੀ ਇਹ ਜਿੰਨੇ ਵੀ ਸਾਡੇ ਸਿੱਖ ਸ਼ਹੀਦ ਨੇ ਇਹਨਾਂ ਦੀ ਦਾਸਤਾਨ ਆਪਣੇ ਬੱਚਿਆਂ ਨੂੰ ਦੱਸੀ ਜਾਵੇ ਤੇ ਮੈਂ ਯਕੀਨ ਕਰਦਾ ਸਾਡੇ ਬੱਚੇ ਸਿੱਖੀ ਤੋਂ ਕਦੇ ਵੀ ਡੋਲਣਗੇ ਨਹੀਂ। ਬੇਅੰਤ ਹੋਈਆਂ ਭੁੱਲਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰਾਂ ਕਰਨ ਦੀ ਸਮਤ ਬਖਸ਼ੀ। ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ ਸੰਤ ਬਾਬਾ ਬਚਨ ਸਿੰਘ ਜੀ, ਡੇਰਾ ਕਾਰ ਸੇਵਾ ਨਾਨਕਪੁਰੀ ਟਾਂਡਾ, ਜੋ ਕਿ ਜਿਨ੍ਹਾਂ ਦੀ ਸਾਰੇ ਸੰਸਾਰ ਦੇ ਵਿੱਚ ਕਹਿ ਲਈਏ ਸਾਰੇ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਤੋਂ ਲੱਗ ਕੇ ਸਿੱਕਮ ਤੱਕ ਉਹਨਾਂ ਦੀ ਸੇਵਾਵਾਂ ਚੱਲਦੀਆਂ ਨੇ। ਸੈਂਕੜੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਨੇ। ਉਹਨਾਂ ਦੇ ਉਪਰਾਲੇ ਦਾ ਸਦਕਾ, ਮਹਾਂਪੁਰਸ਼ਾਂ ਦੇ ਉਪਰਾਲੇ ਦਾ ਸਦਕਾ ਇਹ ਜੋ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਨਲਾਈਨ ਸਮਾਗਮ ਹੈ, ਆਪ ਸੰਗਤਾਂ ਘਰ ਬੈਠ ਕੇ ਵੇਖ ਰਹੇ ਹੋ। ਮਹਾਂਪੁਰਸ਼ਾਂ ਦਾ ਵੀ ਧੰਨਵਾਦ ਹੈ। ਆਓ ਸਮੇਂ ਦੀ ਸਮਾਪਤੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।